Warm welcome to all my viewers on my YouTube channel. Today I am making a new session for the class 10th. This session is related to the SWIX part. This is the first chapter of the SWIX. Name is Features of the Indian Constitution part 1st of the class 10th. Which students has been come through the first time on my YouTube channel, so subscribe my channel just to wait for a bright future and press bell icon to related the new updation regarding my videos. Now we are start from this. The first question is very short question answers. The first question is, what do you mean by the constitution? संविधान ਦਾ ਕੀ ਮਤਲਬ ਆ? ਆਨਸਰ ਹੈ the constitution is a document of a basic laws according to which the governments of the countries function. ਕਹਿੰਦੇ ਇਹ ਕੀ ਹੁੰਦਾ, ਇੱਕ ਬੇਸਿਕ ਕਾਨੂੰਨਾਂ ਦੀ ਇੱਕ ਕਿਤਾਬ ਹੁੰਦੀ ਹੈ ਜਾਂ ਦਸਤਾਵੇਜ਼ ਹੁੰਦਾ ਜਿਹਦੇ ਨਾਲ ਕੋਈ ਵੀ ਸਰਕਾਰ ਆਪਣਾ ਜਿਹੜਾ ਕੰਮ ਕਰਨਾ ਹੁੰਦਾ ਕੰਟਰੀ ਦੇ ਵਿੱਚ ਉਹ ਡਿਸਾਈਡ ਕਰਦੀ ਹੈ। ਸੈਕੰਡ ਹੈ with what words of the preamble begins, ਵੀ ਜਿਹੜਾ preamble words ਆ ਉਹ ਕਿਸ ਸ਼ਬਦ ਤੋਂ ਸਟਾਰਟ ਹੋਇਆ ਜਾਂ ਕਿਸ ਸ਼ਬਦ ਤੋਂ ਰੀਜ਼ਨ ਹੋਇਆ ਉਹਦਾ। ਆਨਸਰ ਹੈ the preamble of the Indian Constitution begin with these words: we the people of Indian sovereignty declare India is a sovereign societal socialistic secular and democratic republic। ਵੀ ਇੰਡੀਆ ਜਿਹੜਾ ਇਹ preamble words ਆ ਉਹ ਇੰਡੀਆ ਦੇ ਇੱਕ ਸੰਵਿਧਾਨ ਤੋਂ ਲਿਆ ਗਿਆ ਜਿਹਦੇ ਵਿੱਚ ਕਿਹਾ ਗਿਆ ਵੀ ਅਸੀਂ ਸਾਰੇ ਭਾਰਤ ਦੇ ਨਾਗਰਿਕ ਇਹ ਡਿਕਲੇਅਰ ਕਰਦੇ ਹਾਂ ਕਿ ਭਾਰਤ ਇੱਕ ਸਮਾਜਿਕ ਸੱਭਿਆਚਾਰਕ ਤੇ ਲੋਕਤੰਤਰ ਦੇਸ਼ ਹੈ। ਦੈਨ ਸਾਡਾ ਹੈ ਸੈਕੰਡ ਕੁਐਸਚਨ ਤੋਂ ਬਾਅਦ ਅਸੀਂ ਚੱਲਦੇ ਹਾਂ। ਦੇਖਿਆ ਗਿਆ ਵੀ ਫਰੀडम, ਤੁਹਾਨੂੰ ਪਤਾ ਹੀ ਆ ਫਰੀडम ਵੀ ਜਿਹੜਾ ਸਾਡੀ ਫਰੀडम ਹੁੰਦੀ ਆ, ਆਜ਼ਾਦੀ, ਇਹ ਕੀ ਆ ਸਾਡੇ ਨਾਲ ਜੁੜੀ ਹੋਈ ਹੈ, ਸਿਰਫ ਸੰਵਿਧਾਨ ਕਰਕੇ ਮਿਲੀਆਂ ਨੇ। ਮੈਂ ਇਸ ਸੈਸ਼ਨ ਦੇ ਵਿੱਚ ਪਿਕਚਰਸ ਵੀ ਲਗਾਈਆਂ ਨੇ ਤਾਂ ਜੋ ਕੀ ਆ ਤੁਹਾਨੂੰ ਹੋਰ ਵੀ ਜ਼ਿਆਦਾ ਕਲੈਰੀਫਾਈ ਹੋ ਸਕੇ। ਥਰਡ ਹੈ ਇਨੈਮਰੇਟਸ ਦੀ ਟੂ ਫੀਚਰਸ ਆਫ ਦੀ ਕੌਨਸਟੀਟਿਊਸ਼ਨ ਦੇ ਕੋਈ ਦੋ ਵਿਸ਼ੇਸ਼ਤਾਵਾਂ ਲਿਖਣੀਆਂ ਨੇ। ਆਨਸਰ ਹੈ there are two main features of the constitution below, ਵੀ ਜੇ ਦਿੱਤੇ ਗਏ ਨੀਚੇ ਨੇ। ਫਸਟ ਹੈਗਾ ਲੌਂਗ ਐਂਡ ਡਿਟੇਲ ਕੌਨਸਟੀਟਿਊਸ਼ਨ, ਸਾਡਾ ਸਭ ਤੋਂ ਵੱਡਾ ਤੇ ਵਿਸਥਾਰਪੂਰਵਕ ਸੰਵਿਧਾਨ ਦਿੱਤਾ ਹੋਇਆ ਵਾ। The Indian constitution is to the lengthiest and the most detailed constitution in the world. It has containing 395 articles and 12 schedules। ਵੀ ਜਿਹੜੇ ਸਾਡੇ ਇੰਡੀਆ ਦਾ ਵਾ ਸਭ ਤੋਂ ਵੱਡਾ ਸੰਵਿਧਾਨ ਆ, ਲੰਬਾ ਵੀ ਆ ਤੇ ਸਭ ਤੋਂ ਡਿਟੇਲ ਆ ਪੂਰੇ ਵਰਲਡ ਦਾ, ਪੂਰੇ ਸੰਸਾਰ ਦਾ। ਇਹਦੇ ਵਿੱਚ 395 ਆਰਟੀਕਲਸ ਤੇ 12 ਸ਼ਡਿਊਲ ਦਿੱਤੇ ਹੋਏ ਨੇ। ਸੈਕੰਡ ਹੈ ਫੰਡਾਮੈਂਟਲ ਰਾਈਟਸ, ਸਾਡੇ ਅਧਿਕਾਰ ਜਿਹੜੇ ਨੇ। ਦੀ ਫੰਡਾਮੈਂਟਲ ਰਾਈਟਸ ਹੈਜ਼ ਬੀਨ ਗਿਵਨ in the third chapter of the constitution. These rights are of the equality, right to freedom, right to engage of exploitation, right to freedom of religion, culture and educational rights and right to the constitutional remedies। ਵੀ ਸਾਨੂੰ ਕੁਝ ਕੁ ਅਧਿਕਾਰ ਮਿਲੇ ਹੋਏ ਨੇ, ਉਹ ਤੀਜੇ ਚੈਪਟਰ ਦੇ ਵਿੱਚ ਨੇ ਕੌਨਸਟੀਟਿਊਸ਼ਨ ਦੇ। ਇਹ ਅਧਿਕਾਰ ਨੇ ਸਮਾਨਤਾ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਬੋਲਣ ਦਾ ਅਧਿਕਾਰ, ਕੋਈ ਵੀ ਧਰਮ ਅਪਣਾਉਣ ਦੀ ਆਜ਼ਾਦੀ, ਕਿਸੇ ਵੀ ਕਲਚਰ ਜਾਂ ਐਜੂਕੇਸ਼ਨ ਨੂੰ ਪ੍ਰਾਪਤ ਕਰਨ ਦਾ ਅਧਿਕਾਰ, ਜਾਂ ਸਾਡੇ ਜਿਹੜੇ ਕੌਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਉਹਨੂੰ ਸੌਰਟ ਆਊਟ ਕਰਨ ਦਾ ਅਧਿਕਾਰ। ਫੋਰਥ ਹੈ ਨੈਮਰੇਟਰ ਦੀਆਂ ਟੂ ਫੀਚਰਸ ਆਫ ਦੀ ਇੰਡੀਅਨ ਫੈਡਰੇਸ਼ਨ, ਜਿਹੜੀ ਇੰਡੀਅਨ ਫੈਡਰੇਸ਼ਨ ਬਣਾਈ ਗਈਆਂ ਨੇ ਉਹਦੇ ਤੁਸੀਂ ਉਹਦੇ ਵਿਸ਼ੇਸ਼ਤਾਵਾਂ ਦੱਸਣੀਆਂ ਨੇ। ਦੋ ਵਿਸ਼ੇਸ਼ਤਾਵਾਂ ਦੇ ਵਿੱਚ ਫੋਲੋਇੰਗ ਆਫ ਦੀ ਟੂ ਮੇਨ ਕਰੈਕਟਰਿਸਟਿਕਸ ਆਫ ਦੀ ਫੈਡਰਲ ਕੌਨਸਟੀਟਿਊਸ਼ਨ ਦੀਆਂ ਦੋ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਨੇ। ਫਸਟ ਹੈ there is a division of the powers between to the central government and state government is the federal constitution। ਇਹਦੇ ਵਿੱਚ ਸਾਡੀਆਂ ਜਿਹੜੀਆਂ ਪਾਵਰਾਂ ਨੇ, ਸ਼ਕਤੀਆਂ ਨੇ, ਉਹ ਸੈਂਟਰਲ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਵਿੱਚ ਅਲੱਗ-ਅਲੱਗ ਵੰਡੀਆਂ ਗਈਆਂ ਨੇ। ਦੀ ਫੈਡਰਲ ਕੌਨਸਟੀਟਿਊਸ਼ਨ ਪ੍ਰੋਵਾਈਡਸ ਟੂ ਦੀ ਇੰਡੀਪੈਂਡੈਂਟ ਐਂਡ ਇੰਪਾਰਸ਼ੀਅਲ ਜੁਡੀਸ਼ਰੀ, ਵੀ ਜਿਹੜਾ ਫੈਡਰਲ ਕੌਨਸਟੀਟਿਊਸ਼ਨ ਆ ਉਹ ਸਾਨੂੰ ਪ੍ਰੋਵਾਈਡ ਕਰਦਾ ਵਾ ਇੱਕ ਆਤਮ ਨਿਰਭਰਤਾ ਤੇ ਦੂਜਾ ਜੁਡੀਸ਼ੀਅਲ ਜਿਹੜੀਆਂ ਪਾਵਰਸ ਨੇ ਉਹਨਾਂ ਦੀ। ਫਿਫਥ ਕੁਐਸਚਨ ਹੈ ਮੈਂਸ਼ਨ ਦੀਆਂ 4 ਫੰਡਾਮੈਂਟਲ ਰਾਈਟਸ ਆਫ ਦੀ ਐਨ ਇੰਡੀਅਨ ਸਿਟੀਜ਼ਨ, ਜਿਹੜੇ ਭਾਰਤ ਦੇ ਨਾਗਰਿਕ ਨੇ ਉਹਨਾਂ ਨੂੰ ਕਿਹੜੇ 4 ਫੰਡਾਮੈਂਟਲ ਰਾਈਟਸ ਮਿਲੇ ਹੋਏ ਨੇ। ਫੋਲੋਇੰਗ ਆਫ ਦੀ 4 ਇੰਪੋਰਟੈਂਟ ਫੰਡਾਮੈਂਟਲ ਰਾਈਟਸ ਆਫ ਦੀ ਇੰਡੀਅਨ ਸਿਟੀਜ਼ਨ ਕੋਲ ਨੀਚੇ ਦਿੱਤੀਆਂ ਗਈਆਂ ਜਿਹੜੀਆਂ 4 ਮੇਨ ਅਧਿਕਾਰ ਨੇ। ਫਸਟ ਹੈਗਾ ਰਾਈਟ ਟੂ ਇਕੁਐਲਿਟੀ, ਸਮਾਨਤਾ ਅਧਿਕਾਰ, ਰਾਈਟ ਟੂ ਫਰੀडम, ਆਜ਼ਾਦੀ ਦਾ ਅਧਿਕਾਰ, ਰਾਈਟ ਟੂ ਫਰੀडम ਟੂ ਦੀ ਰਿਲੀਜਨ, ਕੋਈ ਵੀ ਧਰਮ ਅਪਣਾਉਣ ਦਾ ਅਧਿਕਾਰ, ਰਾਈਟ ਅਗੇਂਸਟ ਟੂ ਦੀ ਐਕਸਪਲੋਇਟੇਸ਼ਨ, ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਸਿਕਸਥ ਹੈ ਇਨੈਮਰੇਟਸ ਦੀ ਟੂ ਕੌਨਸਟੀਟਿਊਸ਼ਨਲ ਡਿਊਟੀ ਆਫ ਐਨ ਇੰਡੀਅਨ ਸਿਟੀਜ਼ਨ, ਸਾਡੇ ਇੰਡੀਅਨ ਸਿਟੀਜ਼ਨਸ ਦੀਆਂ ਜਿਹੜੀਆਂ ਦੋ ਜਿਹੜੀਆਂ ਡਿਊਟੀਆਂ ਨੇ, ਦੋ ਜ਼ਿੰਮੇਵਾਰੀਆਂ ਨੇ ਉਹ ਦੱਸਣੀਆਂ ਨੇ। ਫਸਟ ਹੈ ਦੀ ਅਵੇਡੈਂਸ ਬਾਈ ਦੀ constitution and the respect of its ideals and institution, ਦੀ ਨੈਸ਼ਨਲ ਫਲੈਗ ਐਂਡ ਨੈਸ਼ਨਲ ਐਂਥਮ, ਵੀ ਸਾਰੇ ਜਿਹੜੇ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਮੇਨ ਚੀਜ਼ਾਂ ਨੇ ਜਿਵੇਂ ਕਿ ਸਾਡਾ ਰਾਸ਼ਟਰੀ ਗਾਣਾ ਅਤੇ ਸਾਡਾ ਰਾਸ਼ਟਰੀ ਝੰਡਾ, ਅਤੇ ਇਹਨਾਂ ਨੂੰ ਸਤਿਕਾਰ ਦੇਣਾ,
to uphold to protect the sovereignties unity and integrity of the India ਆਪਣੇ ਭਾਰਤ ਦੀ ਏਕਤਾ ਸੰਵਿਧਾਨ ਤੇ ਉਹਦੀ ਸਮਾਨਤਾਵਾਂ ਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣਾ ਇਹ ਵੀ ਸਾਡਾ ਇੱਕ ਕੰਮ ਆ। ਨੈਕਸਟ ਹੈ ਵਟ ਆਰ ਦੀ ਸਿਗਨੀਫਿਕੈਂਸ ਆਫ ਦੀ ਡਾਇਰੈਕਟਿਵ ਪ੍ਰਿੰਸੀਪਲਸ। ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਲਏ ਗਏ ਨੇ ਉਹਨਾਂ ਦਾ ਸਾਨੂੰ ਕੀ ਬੈਨੀਫਿਟ ਹੈ ਜਾਂ ਉਹਦੇ ਬਾਰੇ ਤੁਸੀਂ ਕੀ ਜਾਣਦੇ ਹੋ। ਦੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਦੀ ਸਟੇਟ ਪੋਲਿਸੀ ਏਮਸ ਟੂ ਦੀ ਸਿਕਿਉਰਿੰਗ ਟੂ ਦੀ ਇਕਨੋਮਿਕ ਐਂਡ ਸੋਸ਼ਲ ਇਕੁਐਲਿਟੀ ਆਫ ਦੀ ਕੰਟਰੀ। ਕਹਿੰਦੇ ਡਾਇਰੈਕਟਿਵ ਪ੍ਰਿੰਸੀਪਲ ਸਾਨੂੰ ਹੈਲਪ ਕਰਦੇ ਆ ਸਾਡੇ ਜਿਹੜੇ ਆਰਥਿਕ ਅਤੇ ਸਮਾਜਿਕ ਸਮਾਨਤਾਵਾਂ ਨੂੰ ਬਚਾਉਣ ਦੇ ਵਿੱਚ। ਦੇ ਇੰਬੋਡੀਜ਼ ਦੀਆਂ objectives which the states should be endeavors to achieve for the welfare of the pupils and establish the welfare states। ਕਹਿੰਦੇ ਇਹਦੇ ਵਿੱਚ ਉਹ ਇਸ ਤਰ੍ਹਾਂ ਦੇ ਉਦੇਸ਼ ਲੈਂਦੀ ਹੈ ਜਿਹਦੇ ਵਿੱਚ ਸਟੇਟ ਕੀ ਆ ਅਚੀਵ ਕਰਦੀ ਆ ਆਪਣੇ ਗੋਲਸ ਨੂੰ ਅਤੇ ਲੋਕਾਂ ਦੀ ਭਲਾਈ ਦੇ ਲਈ ਅਤੇ ਲੋਕਾਂ ਦੇ ਵੈਲਫੇਅਰ ਦੇ ਲਈ ਕੰਮ ਕਰਨਾ। ਨੈਕਸਟ ਹੈ ਸਾਡੇ ਕੋਲ ਐਕਸਪਲੇਨ ਦੀ ਫੋਲੋਇੰਗ ਫੀਚਰਸ ਆਫ ਦੀ ਇੰਡੀਅਨ ਕੌਨਸਟੀਟਿਊਸ਼ਨ। ਸਾਡੇ ਜਿਹੜੇ ਸੰਵਿਧਾਨ ਦੇ ਮੇਨ ਦਿੱਤੇ ਗਏ ਫੀਚਰਸ ਨੇ ਉਹਨਾਂ ਬਾਰੇ ਤੁਸੀਂ ਦੱਸਣਾ ਵਾ, ਉਹਦੇ ਬਾਰੇ ਕੀ ਆ ਇੰਡੀਆ ਦੇ ਵਿੱਚ। फर्स्ट है Cerebellage stage। Cerebellage stage the Cerebellage states we means the state is the completely independent and both of to the internal and external affair। ਸਿਵਨਿਟੀਜ਼ ਜਿਹੜੀਆਂ ਸਿਵਨਿੰਗਸ ਜਿਹੜੇ ਸਾਡੀ ਸਟੇਟਸ ਨੇ ਉਹ ਸਟੇਟਸ ਹੁੰਦੀਆਂ ਨੇ ਜਿਹੜੀਆਂ ਕਿ ਆਤਮ ਨਿਰਭਰ ਨੇ ਆਪਣੇ ਆਪ 'ਤੇ ਕਿਸੇ ਹੋਰ ਚੀਜ਼ ਦੀ ਉਹਨੂੰ ਲੋੜ ਨਹੀਂ ਹੈ ਅਤੇ ਉਹ ਹਮੇਸ਼ਾ ਆਪਣੇ ਅੰਦਰੂਨੀ ਅਤੇ ਬਾਹਰਲੀ ਅਫੇਅਰਾਂ ਨੂੰ ਆਪਣੇ ਆਪ ਹੀ ਕਰਦੀ ਆ। ਨੈਕਸਟ ਹੈਗਾ ਵਾ ਸੋਸ਼ਲਿਸਟਿਕ ਸੁਸਾਇਟੀ। ਸਮਾਜਿਕ ਜਿਹੜੇ ਸਮਾਜਿਕ ਰਾਜ ਦੀ ਸੋਸ਼ਲਿਸਟਿਕ states we means that the states of the which all the citizens enjoy the equality in the social and economic field। ਸੋਸ਼ਲਿਸਟਿਕ ਜਿਹੜੀ ਸਟੇਟਸ ਹੁੰਦੀ ਆ ਉਹ ਸਟੇਟ ਹੁੰਦੀ ਆ ਜਿਹਦੇ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਨਤਾ ਮਿਲਦੀ ਆ ਸਮਾਜਿਕਤਾ ਅਤੇ ਆਰਥਿਕਤਾ ਦੇ ਫੀਲਡ ਦੇ ਵਿੱਚ। ਇਨ ਇਟਸ ਦੇਅਰ ਇਜ਼ ਏ ਨੋ ਕੰਸਨਟ੍ਰੇਸ਼ਨ ਆਫ ਟੂ ਦੀ ਵੈਲਥ ਐਂਡ ਰਿਸੋਰਸ ਆਫ ਦੀ ਫਿਊ ਹੈਂਡਸ। ਇਸ ਵਾਲੀ ਸੁਸਾਇਟੀ ਦੇ ਵਿੱਚ ਕਿਸੇ ਇਕੱਲੇ ਬੰਦੇ ਕੋਲ ਜਾਂ ਥੋੜ੍ਹੇ ਜਿਹੇ ਬੰਦਿਆਂ ਕੋਲ ਧਨ ਅਤੇ ਉਹਨਾਂ ਦੇ ਹੋਰ ਰਿਸੋਰਸ ਥੋੜ੍ਹੇ ਜਿਹੇ ਬੰਦਿਆਂ ਦੇ ਹੱਥ ਦੇ ਵਿੱਚ ਨਹੀਂ ਹੁੰਦੇ। ਦੀ ਸਟੇਟਸ ਮੇਕ ਦੀ ਐਫਰਟਸ ਟੂ ਡਿਕਰੀਜ਼ ਦੀ ਇਕਨੋਮਿਕ ਇਨਇਕੁਐਲਿਟੀ। ਜਿਹੜੀਆਂ ਸਟੇਟਸ ਨੇ ਉਹ ਟਰਾਈ ਕਰਦੀਆਂ ਨੇ ਵੀ ਅਸੀਂ ਕੀ ਆ ਆਪਣੀ ਐਫਰਟਸ ਲਗਾ ਕੇ ਜਿਹੜੇ ਆਰਥਿਕਤਾ ਦੇ ਵਿੱਚ ਅਨਇਕੁਐਲਿਟੀ ਆਈ ਆ ਪੈਸੇ ਦੇ ਵੰਡ ਦੇ ਵਿੱਚ ਜਿਹੜੀ ਇਨਇਕੁਐਲਿਟੀ ਆਈ ਆ ਉਹਨੂੰ ਖ਼ਤਮ ਕੀਤਾ ਜਾ ਸਕੇ। ਨੈਕਸਟ ਹੈਗਾ ਵਾ ਸਰਕੂਲਰ ਸਟੇਟਸ। ਦੀ ਸੈਕੂਲਰ ਸਟੇਟਸ ਹੈਜ਼ ਏ ਨੋ ਰਿਲੀਜਨ ਇਟਸ ਔਨ, ਨੋ ਡਿਸਕ੍ਰੀਮੀਨੇਸ਼ਨ ਇਜ਼ ਮੇਡ ਔਨ ਦੀ ਬੇਸਿਸ ਆਫ ਰਿਲੀਜਨ। ਇਸ ਸਟੇਟਸ ਦੇ ਵਿੱਚ ਕੀ ਹੁੰਦਾ ਕਿਸੇ ਦਾ ਕੋਈ ਧਰਮ ਦੇ ਉੱਤੇ ਕੋਈ ਵੰਡ ਨਹੀਂ ਕੀਤੀ ਜਾਂਦੀ, ਕਿਸੇ ਦੇ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਉਹਦੇ ਧਰਮ ਦੇ ਅਕੋਰਡਿੰਗ। ਐਵਰੀ ਸਿਟੀਜ਼ਨ ਇਜ਼ ਏ ਫਰੀ ਟੂ ਅਡੋਪਟ ਦੀ ਵਰਕਸ਼ਿਪਸ ਐਂਡ ਰਿਲੀਜਨ ਆਫ ਹਿਜ਼ ਔਨ ਚੋਇਸ। ਹਰੇਕ ਨਾਗਰਿਕ ਨੂੰ ਇੱਕ ਸਹੂਲਤ ਮਿਲੀ ਆ ਵੀ ਉਹ ਆਪਣੇ ਅਕੋਰਡਿੰਗ ਕੋਈ ਵੀ ਧਰਮ ਨੂੰ ਅਪਣਾ ਸਕਦਾ ਜਾਂ ਕੋਈ ਵੀ ਕੰਮ ਕਰ ਸਕਦਾ। ਆਹ ਦਿਖਾਇਆ ਗਿਆ ਵਾ ਰਾਈਟ ਟੂ ਵੋਟਸ। ਇਹ ਸਾਨੂੰ ਡੈਮੋਕ੍ਰੇਸੀ ਕਰਕੇ ਮਿਲਿਆ ਵਾ ਜਿਹਦੇ ਕਰਕੇ ਅਸੀਂ ਕੀ ਆ ਕਿਸੇ ਵੀ ਥਾਂ ਦੇ ਉੱਤੇ ਆਪਣੇ ਅਕੋਰਡਿੰਗ ਉੱਥੇ ਜਾ ਕੇ ਇਲੈਕਸ਼ਨ ਲੜ ਸਕਦੇ ਹਾਂ ਜਾਂ ਉੱਥੇ ਵੋਟ ਪਾ ਸਕਦੇ ਹਾਂ। ਨੈਕਸਟ ਹੈ ਸਾਡੇ ਕੋਲ ਡੈਮੋਕ੍ਰੈਟਿਕ ਸਟੇਟ। by the democratic states we have know a state which all the citizens enjoy the equal rights। ਡੈਮੋਕ੍ਰੈਟਿਕ ਸਟੇਟਸ ਉਹ ਸਟੇਟਸ ਹੁੰਦੀਆਂ ਨੇ ਜਿਹਦੇ ਵਿੱਚ ਸਾਨੂੰ ਸਭ ਨੂੰ ਪਤਾ ਵਾ ਵੀ ਜਿਨ੍ਹਾਂ ਨੂੰ ਹਰੇਕ ਨੂੰ ਇੱਕ ਅਧਿਕਾਰ ਆ ਵੀ ਉਹ ਕੀ ਆ ਕੋਈ ਵੀ ਜਿਹੜਾ ਕੰਮ ਆ ਉਹਨੂੰ ਕਰ ਸਕਦੇ ਆ ਜਾਂ ਉਹਨਾਂ ਨੂੰ ਅਧਿਕਾਰ ਆ ਵੀ ਉਹ ਜਿਹੜੀ ਮਰਜ਼ੀ ਸਿਟੀਜ਼ਨਸ ਨੂੰ ਇਕੁਅਲ ਰਾਈਟਸ ਨੇ ਵੀ ਹਰੇਕ ਕੰਮ ਕਰ ਸਕਦੇ ਆ। ਦੇ ਇਲੈਕਟਿਡ ਦੇਅਰ ਔਨ ਰਿਪਰੈਜ਼ੈਂਟੇਟਿਵ ਫਰੋਮ ਦੀ ਫਾਰਮ ਆਫ ਗੌਰਮੈਂਟ। ਉਹ ਆਪਣੇ ਅਕੋਰਡਿੰਗ ਜਿਹੜੇ ਵੀ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਗੌਰਮੈਂਟ ਦੇ ਵਿੱਚ ਲਗਾ ਸਕਦੇ ਆ। ਇਹ ਹੈ ਰਿਪਬਲਿਕਨ ਸਟੇਟਸ। ਰਿਪਬਲਿਕਨ ਸਟੇਟ ਕੀ ਹੁੰਦਾ ਬਾਈ ਰਿਪਬਲਿਕਨ ਵੀ ਮੀਨਸ ਦੈਟ ਦੀ ਹੈਡ ਆਫ ਦੀ ਸਟੇਟਸ ਇਜ਼ ਇਲੈਕਟਡ ਡਾਇਰੈਕਟਲੀ ਇਨਡਾਇਰੈਕਟਲੀ ਫॉर ਅ ਫਿਕਸ ਪੀਰੀਅਡ। ਇਹਦੇ ਵਿੱਚ ਦੱਸਿਆ ਗਿਆ ਵੀ ਇਹ ਸਟੇਟ ਦੇ ਵਿੱਚ ਜਿਹੜਾ ਸਟੇਟ ਦਾ ਹੈੱਡ ਹੁੰਦਾ ਜਿਵੇਂ CM ਹੋ ਗਿਆ ਅਤੇ ਜਨਰਲ ਗਵਰਨਰ ਹੋ ਗਏ ਤਾਂ ਇਹ ਸਾਰੇ ਕੀ ਨੇ ਇਹਨਾਂ ਨੂੰ ਇੱਕ ਫਿਕਸ ਪੀਰੀਅਡ ਦੇ ਲਈ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਚੁਣੇ ਜਾਂਦੇ ਆ। ਦੀ ਪ੍ਰੈਜ਼ੀਡੈਂਟ ਆਫ ਦੀ ਇੰਡੀਆ ਇਜ਼ ਇਲੈਕਟਿਡ ਫॉर ਅ ਫਿਕਸ ਪੀਰੀਅਡ। ਵੀ ਜਿਹੜਾ ਈਵਨ ਜਿਹੜਾ ਸਾਡੇ ਪ੍ਰੈਜ਼ੀਡੈਂਟ ਜਿਹੜੇ ਸਾਡੇ ਪਹਿਲੇ ਨਾਗਰਿਕ ਨੇ ਦੇਸ਼ ਦੇ ਉਹ ਵੀ ਫਿਕਸ ਪੀਰੀਅਡ ਦੇ ਲਈ ਹੀ ਰੱਖੇ ਜਾਂਦੇ ਆ ਇਲੈਕਟ ਕੀਤੇ ਜਾਂਦੇ ਆ। ਸੈਕਿੰਡ ਪਾਰਟ ਹੈ ਦੀ ਆਨਸਰ ਆਫ ਦੀ ਫੋਲੋਇੰਗ ਕੁਐਸਚਨ ਆਨਸਰਸ ਆਫ ਦੀ 75 ਵਰਡਸ ਦੇ ਵਿੱਚ ਅਸੀਂ ਜਾਣੀ ਕਿ ਸ਼ਾਰਟ ਕੁਐਸਚਨ ਆਨਸਰ ਨੂੰ ਐਕਸਪਲੇਨ ਕਰਨਾ। ਫਸਟ ਹੈ ਐਕਸਪਲੇਨ ਦੀ ਇੰਡੀਆ ਇਜ਼ ਏ ਸੈਕੂਲਰ ਐਂਡ ਡੈਮੋਕ੍ਰੈਟਿਕ ਐਂਡ ਰਿਪਬਲਿਕਨ ਸਟੇਟ। ਜਿਹੜੀ ਇੰਡੀਆ ਵਾ ਉਹ ਸੈਕੂਲਰ ਵੀ ਆ ਡੈਮੋਕ੍ਰੈਟਿਕ ਵੀ ਆ ਅਤੇ ਰਿਪਬਲਿਕਨ ਸਟੇਟ ਆ ਇਹਦੇ ਬਾਰੇ ਦੱਸਣਾ ਵਾ। ਦੀ ਪ੍ਰੈਮੇਬਲ ਆਫ ਟੂ ਦੀ Constitution of India is declare India is a Serbians circular socialistic democratic and republican states। ਵੀ ਜਿਹੜੇ ਪ੍ਰੈਮੇਬਲ ਕੌਨਸਟੀਟਿਊਸ਼ਨਸ ਨੇ ਉਹਨਾਂ ਨੇ ਡਿਕਲੇਅਰ ਕੀਤਾ ਵੀ ਇੰਡੀਆ ਕੀ ਆ ਸਾਰੀਆਂ ਨੇ ਉਹ ਸੈਕੂਲਰ ਵੀ ਆ ਅਤੇ
socialistic the democratic the republican country ਆ seculars means all their religions are equal in the eyes of to their law ਵੀ secular ਦਾ ਮਤਲਬ ਕੀ ਹੁੰਦਾ ਵੀ ਸਾਰੇ ਲੋਕ ਜਿਹੜੇ ਨੇ ਉਹ ਬਰਾਬਰ ਨੇ ਜਾਂ ਸਾਰੇ ਧਰਮ ਬਰਾਬਰ ਨੇ ਕਾਨੂੰਨ ਦੇ ਅੱਖਾਂ ਦੇ ਸਾਹਮਣੇ ਦੀ ਸੈਕੂਲਰ ਸਟੇਟ ਇਜ਼ ਨੋ ਰਿਲੀਜਨ ਇਟਸ ਔਨ ਵੀ ਕਿਸੇ ਵੀ ਸਟੇਟ ਦਾ ਆਪਣਾ ਕੋਈ ਵੀ ਧਰਮ ਨਹੀਂ ਨੋ ਡਿਸਕ੍ਰਿਮੀਨੇਸ਼ਨ ਇਜ਼ ਮੇਡ ਔਨ ਦੀ ਬੇਸਿਸ ਆਫ ਰਿਲੀਜਨ ਕਿਸੇ ਦੇ ਵੀ ਧਰਮ ਦੇ ਬੇਸ ਦੇ ਉੱਤੇ ਕਿਸੇ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਊਗਾ ਅਤੇ ਸਾਰੇ ਬੰਦੇ ਕੀ ਨੇ ਇੱਕ ਸਮਾਨ ਹੈਗੇ ਆ every citizen is free to adopt any religion his and own choice by the democratic states we means that the states which all the citizens enjoy their equal rights ਵੀ ਸਾਰੇ ਲੋਕਾਂ ਨੂੰ ਕੀ ਆ ਅਧਿਕਾਰ ਆ ਵੀ ਉਹ ਕੋਈ ਵੀ ਧਰਮ ਨੂੰ ਚੂਜ਼ ਕਰ ਸਕਦੇ ਆ ਆਪਣੇ ਚੋਇਸ ਦੇ ਅਕੋਰਡਿੰਗ ਡੈਮੋਕ੍ਰੇਟਿਕ ਕੰਟਰੀ ਕਿਹੜੀ ਹੁੰਦੀ ਆ ਉਹ ਕੰਟਰੀ ਉਹ ਸਟੇਟਸ ਜਿਹਦੇ ਵਿੱਚ ਕੀ ਆ ਸਿਟੀਜ਼ਨ ਇਕੁਅਲ ਅਧਿਕਾਰ ਮਿਲਦੇ ਆ ਜਿਹੜੇ ਕਿ ਸਾਰਿਆਂ ਨੂੰ ਮਿਲਦੇ ਆ ਦੇ ਇਲੈਕਟਡ ਦੇ ਰਿਪਰੈਜ਼ੈਂਟਿੰਗ ਟੂ ਰਨ ਬਾਈ ਦੀ ਗਵਰਨਮੈਂਟ ਉਹ ਆਪਣੇ ਅਕੋਰਡਿੰਗ ਆਪਣੇ ਜਿਹੜੇ ਰਿਪਰੈਜ਼ੈਂਟ ਕਰਨ ਵਾਲੇ ਲੋਕਾਂ ਨੂੰ ਜਾਂ ਪ੍ਰਤੀਨਿਧੀਆਂ ਨੂੰ ਕੀ ਆ ਗਵਰਨਮੈਂਟ ਦੇ ਵਿੱਚ ਬਿਠਾ ਸਕਦੇ ਆ ਬਾਏ ਆ ਰਿਪਬਲਿਕਨ ਸਟੇਟਸ ਵੀ ਮੀਨਸ ਦੈਟ ਦੀ ਹੈਡ ਆਫ ਦੀ ਸਟੇਟ ਇਲੈਕਟਡ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਫॉर ਅ ਫਿਕਸ ਪੀਰੀਅਡ ਰਿਪਬਲਿਕਨ ਸਟੇਟ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਰਾਜ ਦਾ ਕੋਈ ਵੀ ਮੁਖੀ ਹੁੰਦਾ ਵਾ ਉਹਨੂੰ ਇਲੈਕਟ ਕੀਤਾ ਜਾਂਦਾ ਵਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸਿਰਫ ਥੋੜ੍ਹੇ ਜਿਹੇ ਪੀਰੀਅਡ ਦੇ ਲਈ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਐਨ ਇਲੈਕਟਡ ਹੈਡ ਹੈਵਿੰਗ ਨੋ ਹੈਰੀਡੇਟਰੀ ਰਾਈਟਸ ਵੀ ਜਿਹੜਾ ਸਾਡਾ ਰਾਸ਼ਟਰਪਤੀ ਵੀ ਹੁੰਦਾ ਭਾਰਤ ਦਾ ਉਹ ਵੀ ਇਸੇ ਤਰੀਕੇ ਨਾਲ ਇਲੈਕਟ ਕੀਤਾ ਜਾਂਦਾ ਉਹ ਵੀ ਸਾਡੇ ਮੁਖੀਆਂ ਨੇ ਪਰ ਇਹਦੇ ਉੱਤੇ ਕੋਈ ਵੀ ਉਹਨਾਂ ਦਾ ਵੰਸ਼ਿਕ ਜਾਂ ਤੁਸੀਂ ਕਹਿ ਦਿਓ ਪਰਿਵਾਰਿਕ ਅਧਿਕਾਰ ਨਹੀਂ ਹੁੰਦਾ ਦੂਸਰਾ ਕੁਐਸਚਨ ਹੈ ਐਕਸਪਲੇਨ ਦੀ ਏਮ ਆਫ ਟੂ ਦੀ ਆਬਜੈਕਟਿਵ ਇਜ਼ ਸ਼ੋਨ ਟੂ ਦੀ ਪ੍ਰੈਮੇਬਲ ਜਿਹੜੇ ਪ੍ਰੈਮੇਬਲ ਦੇ ਵਿੱਚ ਜਿਹੜੇ ਏਮ ਤੇ ਉਹਦੇ ਆਬਜੈਕਟਿਵਸ ਨੇ ਉਹਨਾਂ ਬਾਰੇ ਦੱਸਣਾ ਵਾ ਆਨਸਰ ਹੈ the preamble is constitution through lights the nature of the Indian democratic system administrating system the goal of to achieve by the society by the state preamble ਜਿਹੜਾ constitution ਆ ਉਹ ਸਾਨੂੰ ਲਾਈਟ ਪਾਉਂਦਾ ਵਾ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਸਿਸਟਮ ਕਿਸ ਤਰੀਕੇ ਨਾਲ ਚੱਲ ਰਿਹਾ ਵਾ ਉਹ ਕਿਵੇਂ ਆਪਣੇ ਗੋਲ ਅਚੀਵ ਕਰਦੇ ਆ ਕੋਈ ਸਟੇਟ ਇਸ ਅਕੋਰਡਿੰਗ ਇਟਸ ਲੇਜ਼ ਦੀ ਐਮਪੀਸਾਈਜ਼ ਆਫ ਦੀ ਫੋਲੋਇੰਗ ਆਈਡੀਅਲਸ ਇਹਦੇ ਵਿੱਚ ਥੱਲੇ ਜਿਹੜੇ ਆਈਡੀਅਲਸ ਨੇ ਉਹ ਯੂਜ਼ ਕੀਤੇ ਜਾਂਦੇ ਆ ਇੰਡੀਆ ਇਜ਼ ਏ ਸੈਲਬਲਨ ਐਂਡ ਸੋਸ਼ਲਿਸਟਿਕ ਐਂਡ ਸੈਕੂਲਰ ਐਂਡ ਡੈਮੋਕ੍ਰੈਟਿਕ ਰਿਪਬਲਿਕ ਵੀ ਇੰਡੀਆ ਦੇ ਵਿੱਚ ਕੀ ਆ ਸੋਸ਼ਲਿਸਟਿਕ ਵੀ ਆ ਸੈਕੂਲਰ ਵੀ ਆ ਅਤੇ ਡੈਮੋਕ੍ਰੈਟਿਕ ਰਿਪਬਲਿਕਨ ਵੀ ਹੈਗੀ ਆ ਦੂਜਾ ਹੈ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਜਸਟਿਸ ਟੂ ਆਲ ਸਾਰੇ ਬੰਦਿਆਂ ਨਾਲ ਇੱਕੋ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਚਾਹੇ ਉਹ ਸਮਾਜਿਕ ਆਰਥਿਕ ਜਾਂ ਪੋਲੀਟੀਕਲ ਸਾਰੇ ਜਣੇ ਇੱਕੋ ਹੀ ਨੇ ਥਰਡ ਹੈ ਲਿਬਰਟੀ ਥਾਟ ਆਫ ਟੂ ਦੀ ਐਕਸਪ੍ਰੈਸ਼ਨ ਆਫ ਬਲੀਫ ਫੇਥ ਐਂਡ ਵਰਕਸ਼ਿਪ ਵੀ ਸਾਡੇ ਨੂੰ ਆਜ਼ਾਦੀ ਆ ਕੋਈ ਵੀ ਗੱਲ ਕਹਿਣ ਦਾ ਕੁਛ ਵੀ ਬੁਲਾਉਣ ਦਾ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਦਾ ਜਾਂ ਕਿਸੇ ਦੀ ਵੀ ਪੂਜਾ ਕਰਨ ਦਾ then fourth ਹੈ inequality of quality of the states and opportunity and promote to the amongst of the them ਵੀ ਸਾਰਿਆਂ ਵਿੱਚ ਇਕਤਾ ਦਾ ਅਧਿਕਾਰ ਬਣਾਉਣਾ ਤੇ ਸਾਰਿਆਂ ਨੂੰ opportunity ਦੇਣੀ ਵੀ ਉਹ ਸਾਰੇ ਜਣੇ ਪ੍ਰਮੋਟ ਹੋ ਸਕਦੇ ਨੇ fifth ਹੈ fraternities ensures the dignity of to the individual and unity and integration of the ਨੇਸ਼ਨ ਇਹਦੇ ਵਿੱਚ ਅਸੀਂ ਕੀ ਆ ਏਕਤਾ ਦੀ ਭਾਵਨਾ ਲੈ ਕੇ ਆ ਰਹੇ ਹਾਂ ਸਾਰਿਆਂ ਦੇ ਵਿੱਚ ਚਾਹੇ ਉਹ ਇਕੱਲਾ ਬੰਦਾ ਵਾ ਅਤੇ ਪੂਰੇ ਨੇਸ਼ਨ ਦੇ ਵਿੱਚ ਤਾਂ ਜੋ ਕੀ ਹੈ ਇੱਕ ਦੇਸ਼ ਇਕਮੁੱਠ ਹੋ ਕੇ ਰਹਿ ਸਕੇ ਤਾਂ ਇਹ ਸੀਗਾ ਸੈਸ਼ਨ ਇਹਦੇ ਵਿੱਚ ਜਿਵੇਂ ਆਹ ਦਿਖਾਇਆ ਗਿਆ ਵੋਟ ਦਾ ਰਾਈਟ ਵੈਸੇ ਅਸੀਂ ਕਹਿ ਦਿੰਦੇ ਹਾਂ ਵੀ ਵੋਟ ਦਾ ਰਾਈਟ ਸਾਰਿਆਂ ਕੋਲ ਹੈ ਬਟ ਫਿਰ ਵੀ ਜਿਹੜੇ ਰਾਈਟਸ ਨੇ ਕੁਛ ਕੁ ਬੰਦਿਆਂ ਕੋਲ ਰਹਿ ਜਾਂਦੇ ਆ ਅਤੇ ਉਹ ਕੁਛ ਕੁ ਬੰਦੇ ਹੀ ਇਸ ਚੀਜ਼ ਦੇ ਉੱਤੇ ਇੰਜੋਏ ਕਰਦੇ ਆ ਅਤੇ ਆਪਣੀ ਲਾਈਫ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡਾ ਇੱਕ ਤਰ੍ਹਾਂ ਦਾ ਅਧਿਕਾਰ ਹੈ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸਹੀ ਢੰਗ ਦੇ ਨਾਲ ਆਪਣੇ ਵੋਟ ਦਾ ਯੂਜ਼ ਕਰੀਏ ਅਤੇ ਸਹੀ ਢੰਗ ਦੇ ਨਾਲ ਆਪਣੀ ਕੰਟਰੀ ਨੂੰ ਡਿਵੈਲਪ ਕਰ ਸਕੀਏ ਇਹ ਸੀਗਾ ਅੱਜ ਦਾ ਸੈਸ਼ਨ ਆਈ ਹੋਪ ਤੁਹਾਨੂੰ ਪਸੰਦ ਆਇਆ ਹੋ ਜੇਕਰ ਸੈਸ਼ਨ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਜ਼ਰੂਰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ ਤਾਂ ਜੋ ਕੀ ਆ ਮੈਂ ਤੁਹਾਡੇ ਲਈ ਹੋਰ ਵੀ ਇੱਦਾਂ ਦੀ ਅਟਰੈਕਟਿਵ ਵੀਡੀਓਜ਼ ਤੁਹਾਡੇ ਲਈ ਬਣਾ ਸਕਾਂ ਅਤੇ ਤੁਸੀਂ ਮੇਰੇ ਨਾਲ ਜੁੜ ਕੇ ਅੱਗੇ ਵੀ ਹੋਰ ਵੀ ਚੀਜ਼ਾਂ ਨੂੰ ਤੁਸੀਂ ਹੋਰ ਵੀ ਸਿੱਖ ਸਕਦੇ ਹੋ ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ ਐਂਡ ਸਬਸਕ੍ਰਾਈਬ ਮਾਈ ਚੈਨਲ at last I will told you thanks a lot watching for my session